ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮ ਮਨ ਬੇਦਿਆ, ਅਵਰ ਕੇ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋਂ ਸੁਖ ਸਾਰ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ। ਮਨ ਰੇ ਸਾਚੀ ਖਸਮ ਰਜ਼ਾਏ, ਜਿਨ ਤਨ ਮਨ ਸਾਜ ਸ਼ਿੰਗਾਰਿਆ। ਤਿਸ ਸੇਤੀ ਲਿਵ ਲਾਏ ਰਹਾਉ, ਤਨ ਬੈਸੰਤਰ ਹੋਮੀਐ। ਇਕ ਰੱਤੀ ਤੋਲ ਕਟਾਏ, ਤਨ ਮਨ ਸਮਧਾ ਜੇ ਕਰੀ। ਅਨ ਦਿਨ ਅਗਨ ਜਲਾਏ, ਹਰ ਨਾਮੈ ਤੁਲ ਨਾ ਪੂਜਈ। ਜੇ ਲੱਖ ਕੋਟੀ ਕਰਮ ਕਮਾਏ, ਅਰਧ ਸਰੀਰ ਕਟਾਈਐ। ਸਿਰ ਕਰਵਤ ਧਾਰਾਏ, ਤਨ ਹੈ ਮੰਚਲ ਗਾਲੀਐ। ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ। ਹਰ ਨਾਮੈ ਤੁਲ ਨਾ ਪੂਜਈ, ਸਭ ਡਿਠੀ ਠੋਕ ਵਜਾਏ। ਕੰਚਨ ਕੇ ਕੋਟ ਦਤ ਕਰੀ, ਬਹੁ ਹੈਵਰ ਗੈਵਰ ਦਾਨ। ਭੂਮ ਦਾਨ ਗਊਆਂ ਕਣੀ, ਭੀ ਅੰਤਰ ਗਰਭ ਗੁਮਾਨ। ਰਾਮ ਨਾਮ ਮਨ ਬੇਦਿਆ, ਗੁਰ ਦੀਆ ਸਚ ਦਾਨ। ਮਨ ਹਠ ਬੁੱਧੀ ਕੇਤੀਆਂ, ਕੇਤੇ ਬੇਦ ਵਿਚਾਰ। ਕੇਤੇ ਬੰਧਨ ਜੀਅ ਕੇ, ਗੁਰਮੁਖ ਮੋਖ ਦੁਆਰ। ਸਚ ਹੋ ਔਰੈ ਸਭ ਕੋ, ਉਪਰ ਸਚ ਆਚਾਰ। ਸਭ ਕੋ ਊਚਾ ਆਖੀਐ, ਨੀਚ ਨਾ ਦੀਸੈ ਕੋਏ। ਇਕ ਨੈ ਭਾਂਡੇ ਸਾਜੀਐ, ਇਕ ਚਾਨਣ ਤਹਿ ਲੋਏ। ਕਰਮ ਮਿਲੈ ਸਚ ਪਾਈਐ, ਤੁਰ ਬਖਸ਼ ਨ ਮਿਟੈ ਕੋਏ। ਸਾਧ ਮਿਲੈ ਸਾਧੂ ਜਨੈ, ਸੰਤੋਖ ਵਸੈ ਗੁਰ ਭਾਏ। ਅਕਥ ਕਥਾ ਵਿਚਾਰੀਐ, ਜੇ ਸਤਿਗੁਰੂ ਮਾਹੇ ਸਮਾਏ। ਪੀ ਅੰਮ੍ਰਿਤ ਸੰਤੋਖਿਆ, ਦਰਗਹਿ ਪੈਂਦਾ ਜਾਏ। ਘਟ ਘਟ ਵਾਜੈ ਕਿੰਗੂਰੀ, ਅਨ ਦਿਨ ਸ਼ਬਦ ਸੁਪਾਏ। ਵਿਰਲੇ ਕੋ ਸੋਜੀ ਪਈ, ਗੁਰਮੁਖ ਮਨ ਸਮਝਾਏ। ਨਾਨਕ ਨਾਮ ਨ ਵਿਸਰੈ, ਛੂਟੈ ਸ਼ਬਦ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲੋਬਲ ਗੁਰਬਾਣੀ ਵਿਚਾਰ ਵੱਲੋਂ ਆਪ ਸਮੁੱਚੀਆਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੂੰ ਜੀ ਆਇਆਂ ਕਰਦਿਆਂ ਹੋਇਆਂ, ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਕਰਦਿਆਂ ਹੋਇਆਂ ਤੇ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਵਾਸ ਰੂਪੀ ਦਾਤ ਜੋ ਅਕਾਲ ਪੁਰਖ ਜੀ ਬਖਸ਼ ਰਹੇ ਨੇ, ਉਹਨਾਂ ਦਾ ਕੋਟਾਨ ਕੋਟਾਨ ਧੰਨਵਾਦ ਹੈ ਕਿ ਸਤਿਗੁਰੂ ਜੀ ਇਸ ਜੀਵਨ ਦੇ ਵਿੱਚ ਰਹਿਮਤ ਕੀਤੀ ਹੈ ਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੇਵਾਦਾਰ ਬਣਾਇਆ, ਤਾਂ ਕਿ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗੇ ਮਹਾਨ ਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ ਕੇ
ਅਸੀਂ ਸੱਚ, ਹੱਕ ਤੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਆਪ ਗੁਰੂ ਜੀ ਕੀਆਂ ਪਿਆਰੀਆਂ ਸੰਗਤਾਂ ਦੇ ਵਿੱਚ ਕਰ ਸਕੀਏ। ਕੋਟਾਨ ਕੋਟਾਨ ਸ਼ੁਕਰਾਨਾ ਹੈ ਕਿ ਸਤਿਗੁਰੂ ਜੀ ਨੇ ਇਸ ਜੀਵਨ ਦੇ ਵਿੱਚ ਆਪ ਰਹਿਮਤ ਕਰਕੇ ਆਪਣੀ ਗੁਰਬਾਣੀ ਦੀ ਵਿਚਾਰ ਦੀ ਦਾਤ ਬਖਸ਼ੀ ਹੈ, ਤੇ ਯਤਨ ਇਹੀ ਰਹਿੰਦਾ ਹੈ ਕਿ ਜਿੰਨੀ ਕੁ ਹੁਣ ਤੱਕ ਸਮਝ ਆਈ ਹੈ, ਇਹ ਕਿਤੇ ਦਾਵਾ ਨਹੀਂ ਹੈ ਕਿ ਮੈਨੂੰ ਬਹੁਤ ਜ਼ਿਆਦਾ ਗੁਰਬਾਣੀ ਦੀ ਸਮਝ ਹੈ। ਹਜੇ ਤੇ ਇੱਕ ਤਿਲ ਤੋਂ ਵੀ ਤੇ ਉਹ ਤੋਂ ਵੀ ਬਰੀਕ ਤੋਂ ਬਰੀਕ ਇੱਕ ਕਿਣਕਾ ਵੀ ਅਜੇ ਸਮਝ ਨਹੀਂ ਆਇਆ। ਬਸ ਯਤਨ ਆ, ਕੋਸ਼ਿਸ਼ ਹੈ ਕਿ ਗੁਰਮਤਿ ਨੂੰ ਸਮਝਿਆ ਜਾਵੇ ਤੇ ਰਲ ਮਿਲ ਕੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ ਦੇ ਸਿਧਾਂਤ ਨੂੰ ਘਰ ਘਰ ਦੇ ਵਿੱਚ ਪ੍ਰਚਾਰਿਆ ਤੇ ਪ੍ਰਸਾਰਿਆ ਜਾਵੇ, ਜਿਸ ਤਹਿਤ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਜੋ ਨਿਰੰਤਰ ਚੱਲ ਰਹੀ ਹੈ, ਜਿਸ ਵਿੱਚ ਸ਼੍ਰੀ ਰਾਗ ਦੀਆਂ ਹੁਣ ਤੱਕ 4 ਪਦਿਆਂ ਵਾਲੇ ਸ਼ਬਦ ਆਪਾਂ ਵਿਚਾਰ ਚੁੱਕੇ ਹਾਂ ਤੇ ਅਸ਼ਟਪਦੀਆਂ ਦੀ ਵਿਚਾਰ ਚੱਲ ਰਹੀ ਹੈ। ਕੱਲ ਤੱਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸ਼ਟਪਦੀਆਂ ਦੇ 13 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਸਾਂ, ਜੋ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 61 ਤੱਕ ਸੁਭਾਇਮਾਨ ਸੀ। ਅੱਜ ਦਾ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੰਨਾ ਨੰਬਰ 62 ਉੱਪਰ ਸੁਭਾਇਮਾਨ ਹੈ, ਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੋਇਆ ਇਹ 14 ਨੰਬਰ ਸ਼ਬਦ ਹੈ। ਸ਼ਬਦ ਦੇ ਕੁੱਲ 8 ਪਦੇ ਨੇ ਤੇ ਇੱਕ ਪਦਾ ਰਹਾਉ ਦਾ ਹੈ। ਆਓ ਸਤਿਗੁਰੂ ਕਿਰਪਾ ਕਰਨ, ਗੁਰਬਾਣੀ ਦੀ ਦਾਤ ਸਾਡੇ ਜੀਵਨ ਵਿੱਚ ਵਸਾਉਣ ਤੇ ਅਸੀਂ ਇੱਕ ਗੁਰਮਤਿ ਦਾ ਧਾਰਨੀ ਜੀਵਨ ਜਿਉਂਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜਿੱਥੇ ਅਭੇਦ ਹੋਈਏ, ਉੱਥੇ ਮਾਨਵਤਾ ਦਾ ਭਲਾ ਕਰੀਏ, ਸੱਚ ਦੇ ਰਸਤੇ ਦੇ ਪਾਂਧੀ ਬਣੀਏ। ਸਤਿਗੁਰੂ ਕਿਰਪਾ ਕਰਨ, ਇਕਾਗਰਤਾ ਬਖਸ਼ਣ, ਆਪ ਰਹਿਮਤ ਕਰਕੇ ਆਪਣੀ ਗੁਰਬਾਣੀ ਦੀ ਵਿਚਾਰ ਕਰਵਾ ਲੈਣ। ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਮਨ ਰੇ ਸਾਚੀ ਖਸਮ ਰਜ਼ਾਏ, ਜਿਨ ਤਨ ਮਨ ਸਾਜ ਸ਼ਿੰਗਾਰਿਆ, ਤਿਸ ਸੇਤੀ ਲਿਵ ਲਾਏ। ਰਹਾਉ। ਮਨ ਰੇ ਸੰਬੋਧਨ ਕੀਤਾ ਹੈ ਮਨ ਨੂੰ। ਸਾਚੀ ਸਦਾ ਇੱਥੇ ਰਹਿਣ ਵਾਲੀ ਪ੍ਰਮਾਤਮਾ ਦੀ ਜੋ ਕਥਾ ਹੈ, ਸਦਾ ਇੱਥੇ ਰਹਿਣ ਵਾਲੀ ਜੋ ਪ੍ਰਮਾਤਮਾ ਦੇ ਬਚਨ ਨੇ, ਸਦਾ ਇੱਥੇ ਰਹਿਣ ਵਾਲੇ ਜੋ ਨਿਰੰਕਾਰ ਦੇ ਗੁਣ ਨੇ। ਖਸਮ ਸੰਬੋਧਨ ਹੈ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ, ਕਿਉਂਕਿ ਇੱਕੋ ਇੱਕ ਇਸ ਜੀਵ ਇਸਤਰੀ ਦਾ ਪਤੀ ਹੈ, ਉਹ ਅਕਾਲ ਪੁਰਖ। ਰਜ਼ਾਏ ਦਾ ਅਰਥ ਹੈ ਭਾਣਾ, ਉਹਦਾ ਹੁਕਮ, ਉਹਦੀ ਰਜ਼ਾ। ਸਮੁੱਚੀ ਪੰਕਤੀ ਦੇ ਅਰਥ ਨੇ, ਹੇ ਮੇਰੇ ਮਨ, ਕਸਮ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਨਾ ਹੀ ਜੀਵਨ ਦੀ ਸਹੀ ਚਾਲ ਹੈ। ਜੇ ਤੂੰ ਚਾਹੁੰਦਾ ਹੈ ਕਿ ਜ਼ਿੰਦਗੀ ਸੁੱਖਾਂ ਭਰਪੂਰ ਹੋਵੇ, ਆਤਮਿਕ ਆਨੰਦ ਭਰਪੂਰ ਹੋਵੇ, ਫਿਰ ਆਪਣੀਆਂ ਮਨ ਆਈਆਂ ਕਰਨੀਆਂ ਛੱਡ ਦੇ। ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰ, ਉਹਦੇ ਹੁਕਮ ਦੇ ਵਿੱਚ ਚੱਲ, ਉਹਦੇ ਭਾਣੇ ਦੇ ਵਿੱਚ ਤੁਰ। ਅਗਲੀਆਂ ਪੰਕਤੀਆਂ ਨੇ, ਜਿਨ ਤਨ ਮਨ ਸਾਜ ਸ਼ਿੰਗਾਰਿਆ, ਤਿਸ ਸੇਤੀ ਲਿਵ ਲਾਏ। ਜਿਨ ਨੰਨੇ ਨੂੰ ਸਿਹਾਰੀ ਹੈ, ਭਾਵ ਜਿਸ ਪ੍ਰਮਾਤਮਾ ਨੇ ਤਨ ਇਹ ਸਰੀਰ, ਮਨ ਇਹ ਹਿਰਦਾ, ਸਾਜ ਸਾਜਿਆ, ਸ਼ਿੰਗਾਰਿਆ ਤੇ ਸਰੀਰ ਰੂਪੀ ਭਾਂਤ ਭਾਂਤ ਦੇ ਸੋਹਣੇ ਆਕਾਰ ਦੇ ਕੇ, ਰੂਪ ਰੰਗ ਦੇ ਕੇ, ਇਸ ਹੱਡੀਆਂ ਦੀ ਮੁੱਠ ਦੇ ਹੱਡੀਆਂ ਦੇ ਪਿੰਜਰ ਦੇ ਉੱਪਰ ਸੋਹਣੀ ਚਮੜੀ ਚੜਾਈ, ਉਹਦੇ ਉੱਪਰ ਸੋਹਣੇ ਨੈਣ ਨਕਸ਼ ਦਿੱਤੇ, ਜਿਸ ਨੇ ਇਸ ਸੋਹਣੇ ਤਨ ਨੂੰ ਸ਼ਿੰਗਾਰਿਆ ਤੇ ਸਾਜਿਆ। ਸਭ ਕਹਿੰਦੇ ਤਿਸ ਸੇਤੀ ਲਿਵ ਲਾਏ, ਸਦਾ ਉਹਦੇ ਨਾਲ ਫਿਰ ਇੱਕ ਲਿਵਤਾਰ ਆਪਣੀ ਜ਼ਿੰਦਗੀ ਜੋੜ ਕੇ ਰੱਖ। ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਜਿਹਨੇ ਤੈਨੂੰ ਸੋਹਣਾ ਬਣਾਇਆ ਹੈ,
ਜਿਹਨੇ ਤੈਨੂੰ ਖੂਬਸੂਰਤ ਬਣਾਇਆ। ਉਹਦਾ ਅੱਗੇ ਅਰਦਾਸ ਕਰ, ਉਹਦੇ ਅੱਗੇ ਬੇਨਤੀਆਂ ਕਰ, ਉਹਦੇ ਅੱਗੇ ਉਹਦਾ ਧੰਨਵਾਦ ਕਰ। ਸਮੁੱਚੀ ਰਹਾਉ ਦਾ ਪੰਕਤੀ ਦਾ ਜਿਹੜਾ ਸਬਜੈਕਟ ਹੈ, ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ ਤਾਕੀਦ ਕਰ ਰਹੇ ਨੇ ਤੇ ਮਨੁੱਖ ਨੂੰ ਇਹ ਸਮਝਾ ਰਹੇ ਨੇ ਕਿ ਤੂੰ ਇਹ ਹੰਕਾਰ ਨਾ ਕਰ ਕਿ ਤੂੰ ਬੜਾ ਖੂਬਸੂਰਤ ਆ, ਤੇਰੇ ਕੋਲ ਬਹੁਤ ਧਨ ਆ, ਬੜਾ ਜੋਬਨ ਆ, ਤੇਰੇ ਕੋਲ ਬੜਾ ਅਮੀਰ ਆ। ਇਹ ਸਭ ਕੁਝ ਪ੍ਰਮਾਤਮਾ ਨੇ ਸ਼ਿੰਗਾਰਿਆ, ਇਹ ਸਭ ਕੁਝ ਉਹਦੀਆਂ ਦਾਤਾਂ ਨੇ। ਇੱਥੋਂ ਤੱਕ ਤੇਰਾ ਤਨ ਵੀ ਉਸ ਨਿਰੰਕਾਰ ਨੇ ਦਿੱਤਾ ਹੈ। ਫਿਰ ਤੂੰ ਚੁੱਪ ਕਰਕੇ ਉਹਦੇ ਚਰਨਾਂ ਵਿੱਚ ਜੁੜ। ਆ ਫਜ਼ੂਲ ਦਾ ਹੰਕਾਰ, ਇਹ ਮੈਂ ਮੇਰੀ ਦੀ ਮੈਲ ਆਪਣੇ ਜੀਵਨ ਦੇ ਵਿੱਚੋਂ ਲਾ ਦੇ, ਕਿਉਂਕਿ ਜਿਤਨਾ ਆਨੰਦ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਆ ਨਾ, ਜਿੰਨਾ ਜੀਵਨ ਦਾ ਖੇੜਾ ਨਿਰੰਕਾਰ ਦੀ ਰਜ਼ਾ ਦੇ ਵਿੱਚ ਚੱਲ ਕੇ ਹੈ, ਉਹਨਾਂ ਕਿਤੇ ਵੀ ਨਹੀਂ। ਕਿਉਂਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਹਿਜ ਤੇ ਗੰਭੀਰਤਾ ਕਦੋਂ ਬਣਦੀ ਹੈ? ਜਦੋਂ ਮਨੁੱਖ ਚੰਚਲਤਾਈਆਂ ਛੱਡਦਾ ਹੈ। ਜਦ ਤੱਕ ਮਨੁੱਖ ਚੰਚਲ ਰਹੇਗਾ ਨਾ, ਚੰਚਲ ਹੋਣ ਦੀ ਨਿਸ਼ਾਨੀ ਇਹ ਹੈ ਕਿ ਇਹ ਸਿਰਫ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਐਸੇ ਮਨੁੱਖ ਦੀ ਬੋਲੀ ਦੇ ਵਿੱਚ ਵੀ ਕੋਈ ਪ੍ਰਭਾਵ ਨਹੀਂ ਹੁੰਦਾ, ਕਿਉਂਕਿ ਉਹਦੀ ਜ਼ਿੰਦਗੀ ਦਾ ਕਿਰਦਾਰ ਬੜਾ ਹੋਛਾ ਹੈ। ਸੱਚ ਜਾਣਿਓ, ਤੁਹਾਡੇ ਬਚਨ ਕਿੰਨੇ ਭਾਰੇ ਨੇ, ਕਿੰਨੇ ਖੂਬਸੂਰਤ ਨੇ, ਉਹ ਮਾਇਨੇ ਨਹੀਂ ਰੱਖਦੇ। ਮਾਇਨੇ ਇਹ ਰੱਖਦੇ ਨੇ ਜਿਹੜੇ ਬਚਨ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਉਹ ਜੀਵਨ ਦੇ ਵਿੱਚੋਂ ਦਰਸ਼ਨ ਹੁੰਦੇ ਨੇ। ਜੇ ਬਚਨ ਤੇ ਮੂੰਹ ਤੋਂ ਬੜੇ ਵਧੀਆ, ਬੜੇ ਗੰਭੀਰ ਤੇ ਬੜੇ ਭਾਰੇ ਕਹੇ ਜਾ ਰਹੇ ਨੇ, ਪਰ ਜੀਵਨ ਦੇ ਵਿੱਚ ਦੂਰ ਦੂਰ ਤੱਕ ਕਿਤੇ ਉਹ ਨਜ਼ਰ ਨਹੀਂ ਆਉਂਦੇ, ਫਿਰ ਸਤਿਗੁਰੂ ਕਹਿੰਦੇ ਮਨਮੁਖ ਕਰਨੀ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਕਥਨੀ ਤੇ ਬੜੀ ਸੋਹਣੀ ਹੈ, ਕਥਾ ਵਾਰਤਾ ਤੇ ਬੜੀ ਖੂਬਸੂਰਤ ਹੈ, ਪਰ ਕਰਨੀ ਜੀਵਨ ਵਿੱਚ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੀ। ਅੱਜ ਜੇ ਸਾਡਾ ਤਾਣਾ ਪੇਟਾ ਵਿਗੜਿਆ ਹੈ ਨਾ, ਉਹ ਇਸ ਕਰਕੇ ਵਿਗੜਿਆ ਕਿਉਂਕਿ ਸਾਡੀ ਕਥਨੀ ਹੋ ਰਿਹਾ ਤੇ ਕਰਨੀ ਹੋ ਰਿਹਾ। ਸਾਡੇ ਜੀਵਨ ਦੇ ਵਿੱਚ ਅਸੀਂ ਬਚਨ ਜਿਹੜੇ ਗੁਰੂ ਦੇ ਕਮਾ ਰਹੇ ਹਾਂ, ਉਹਨਾਂ ਨੂੰ ਬਚਨਾਂ ਨੂੰ ਫਾਲੋ ਨਹੀਂ ਕਰ ਰਹੇ। ਪੜ੍ਹ ਰਹੇ ਹਾਂ, ਪਾਠ ਕੀਤੇ ਜਾ ਰਹੇ ਨੇ, ਯਾਦ ਵੀ ਕੀਤੇ ਜਾ ਰਹੇ ਨੇ, ਵਿਚਾਰੇ ਵੀ ਜਾ ਰਹੇ ਨੇ, ਪਰ ਜੀਵਨ 'ਚ ਨਹੀਂ ਵਸਾਏ ਜਾ ਰਹੇ। ਕਿਉਂਕਿ ਜਿੱਦਣ ਬਚਨ ਜੀਵਨ ਦੇ ਵਿੱਚ ਕਮਾਉਣ ਲੱਗ ਪਏ, ਜੇ ਗੁਰੂ ਜੀ ਕਹਿੰਦੇ ਆ ਤੂੰ ਪਰਾਇਆ ਹੱਕ ਨਹੀਂ ਮਾਰਨਾ ਤੇ ਸੱਚ ਦੇ ਰਸਤੇ ਤੇ ਚੱਲਣਾ ਹੈ, ਤੇ ਜਿੱਦਣ ਇਹ ਫਾਲੋ ਕਰਨ ਲੱਗ ਪਏ, ਦੇਖਿਓ ਜ਼ਿੰਦਗੀ ਦਾ ਬਦਲਾਅ। ਜੇ ਸਤਿਗੁਰੂ ਜੀ ਕਹਿ ਰਹੇ ਆ ਵੀ ਸੱਜਣਾ ਤੂੰ ਝੂਠ ਨਹੀਂ ਬੋਲਣਾ, ਕਿਤੇ ਛੱਡ ਕੇ ਦੇਖੋ, ਬਹੁਤ ਔਖਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਪੱਕ ਚੁੱਕਿਆ ਹੈ ਝੂਠ, ਕਿਉਂਕਿ ਅਸੀਂ ਸੁੱਤੇ ਚਿੱਤ ਬੋਲੀ ਜਾਂਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਕੁਕਰਮ ਪੱਕ ਚੁੱਕੇ ਨੇ, ਅਸੀਂ ਸੁੱਤੇ ਚਿੱਤ ਕਰੀ ਜਾ ਰਹੇ ਹਾਂ। ਝੂਠ ਕਰੀ ਈਰਖਾ ਸਾਡੇ ਅੰਦਰ ਪੱਕ ਚੁੱਕੀ ਹੈ, ਅਸੀਂ ਸੁੱਤੇ ਚਿੱਤ ਕਰੀ ਜਾ ਰਹੇ ਹਾਂ। ਇਹ ਅਵਗੁਣਾਂ ਦਾ ਬੋਲਬਾਲਾ ਹੈ ਸਾਡੇ ਅੰਦਰ, ਜਿਹਦੇ ਕਰਕੇ ਸਾਡੇ ਮਨ 'ਚੋਂ ਸ਼ੁਕਰਾਨੇ ਦੀ ਭਾਵਨਾ ਨਿਕਲਦੀ ਨਹੀਂ। ਸਦਾ ਤ੍ਰਿਸ਼ਨਾ ਬਣੀ ਰਹਿੰਦੀ ਹੈ, ਸਦਾ ਹੋਰ ਦਾ ਲਾਲਚ ਬਣਿਆ ਰਹਿੰਦਾ ਹੈ, ਸਦਾ ਇਹ ਤੜਫ ਬਣੀ ਰਹਿੰਦੀ ਹੈ ਕਿ ਆਪਣੇ ਘਰ ਦੀ ਬਜਾਏ ਦੂਜੇ ਦੇ ਘਰ ਵਿੱਚ ਝਾਤੀ ਮਾਰ ਕੇ ਰੱਖੀਏ ਕਿ ਦੂਜੇ ਦੇ ਘਰ ਕੀ ਹੈ। ਆਪਣਾ ਘਰ ਸੰਭਾਲਣ ਦੀ ਬਜਾਏ ਦੂਜੇ ਨੂੰ ਮੱਤਾਂ ਦੇ ਰਹੇ, ਕਿਉਂਕਿ ਜ਼ਿੰਦਗੀ ਵਿਗੜੀ ਹੋਈ ਹੈ। ਜਿੱਦਣ ਗੁਰਮਤਿ ਦੀ ਸੋਝੀ ਤੇ ਸਮਝ ਆਵੇਗੀ, ਜਿੱਦਣ ਜੀਵਨ ਗੁਰੂ ਦੇ ਦੱਸੇ ਰਸਤੇ ਤੇ ਚੱਲੇਗਾ, ਉਦਣ ਇਹ ਗੱਲ ਸਮਝ ਆ ਜਾਵੇਗੀ ਸਭ ਕੁਝ ਹੀ ਪਰਮਾਤਮਾ ਦਾ ਹੈ। ਫਿਰ ਜੀਵਨ ਦੇ ਵਿੱਚ ਉਹਦਾ ਰਜ਼ਾ, ਉਹਦਾ ਭਾਣਾ ਮਿੱਠਾ ਲੱਗੇਗਾ, ਉਹਦਾ ਹੁਕਮ ਮਿੱਠਾ ਲੱਗੇਗਾ। ਜੋ ਉਹ ਦੇ ਰਿਹਾ ਹੈ ਉਹ ਪ੍ਰਵਾਨ ਹੋਵੇਗਾ। ਫਿਰ ਮਨ ਆਈਆਂ ਨਹੀਂ ਕੀਤੀਆਂ ਜਾਣਗੀਆਂ। ਉਹਦੇ ਵਿੱਚ ਹੀ ਸੰਤੋਖ ਹੈ, ਉਹਦੇ ਵਿੱਚ ਹੀ ਸਹਿਜ ਹੈ, ਉਹਦੇ ਵਿੱਚ ਹੀ ਆਨੰਦ ਹੈ। ਜਿੰਨਾ ਜੀਵਨ ਪ੍ਰਮਾਤਮਾ ਦੇ ਰਜ਼ਾ ਦੇ ਵਿੱਚ ਤੋਰਾਂਗੇ, ਜੀਵਨ ਦੇ ਵਿੱਚ ਗੰਭੀਰਤਾ ਆਉਂਦੀ ਜਾਵੇਗੀ, ਸਹਿਜ ਆਉਂਦਾ ਜਾਵੇਗਾ, ਤੜਫ ਮੁੱਕਦੀ ਜਾਵੇਗੀ, ਲਾਲਚ ਮਿਟਦਾ ਜਾਵੇਗਾ, ਤੇ ਜ਼ਿੰਦਗੀ ਬਣ ਜਾਵੇਗੀ ਕਿ ਇਹ ਨਿਰੰਕਾਰ ਦੀਆਂ ਦਾਤਾਂ ਨੇ, ਉਹਦਾ ਸ਼ੁਕਰਾਨਾ ਕਰੀਏ। ਇਹ ਰਾਹਾਉ ਦੀਆਂ ਪੰਕਤੀਆਂ ਨੇ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸ਼੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮ ਮਨ ਬੇਦਿਆ, ਅਵਰ ਕੇ ਕਰੀ ਵਿਚਾਰ। ਰਾਮ ਨਾਮ, ਪਰਮਾਤਮਾ ਦੇ ਹੁਕਮ, ਪਰਮਾਤਮਾ ਦੇ ਨਾਮ ਦੇ ਨਾਲ, ਉਹਦੇ ਗੁਣਾਂ ਦੇ ਨਾਲ ਮਨ ਬੇਦਿਆ। ਜਿਸ ਮਨੁੱਖ ਦਾ ਮਨ ਤਰਾਸ਼ਿਆ ਗਿਆ, ਮਨ ਵਿਧਿਆ ਗਿਆ, ਅਵਰ ਕੇ ਕਰੀ ਵਿਚਾਰ, ਫਿਰ ਉਹਦਾ ਸੰਬੰਧ ਸਿੱਧਾ ਨਿਰੰਕਾਰ ਪਰਮਾਤਮਾ ਦੇ ਨਾਲ ਬਣ ਗਿਆ।
ਫਿਰ ਉਹ ਹੋਰ ਕੀ ਵਿਚਾਰ ਕੋਈ ਨਹੀਂ ਕਰਦਾ, ਫਿਰ ਉਹ ਸੱਚ ਦੀ ਵਿਚਾਰੀ ਕਰਦਾ ਹੈ, ਕਿਉਂਕਿ ਉਹਦੀ ਜ਼ਿੰਦਗੀ ਸੱਚ ਦੇ ਰਸਤੇ 'ਤੇ ਚੱਲ ਪੈਂਦੀ ਹੈ। ਸਤਿਗੁਰੂ ਜੀ ਕਹਿੰਦੇ, ਮੈਂ ਵੀ ਕੀ ਦੱਸਾਂ, ਜਿੰਨਾ ਮਨ ਨਿਰੰਕਾਰ ਦੇ ਹੁਕਮ ਦੇ ਵਿੱਚ ਤੁਰ ਪਿਆ ਨਾ, ਉਹਦੀ ਜ਼ਿੰਦਗੀ ਪਵਿੱਤਰਤਾ ਦੇ ਰਸਤੇ 'ਤੇ ਚੱਲ ਪਵੇਗੀ। ਰਾਮ ਨਾਮ ਮਨ ਵੇਧਿਆ। ਮਨ ਨੂੰ ਵੇਧਣਾ ਹੀ ਔਖਾ ਹੈ। ਮਨ ਗੱਲਾਂ ਤੇ ਕਰਦਾ ਹੈ, ਪਰ ਮਨ ਵੇਧਿਆ ਨਹੀਂ ਜਾਂਦਾ। ਮੋਤੀ ਤੁਸੀਂ ਕਦੀ ਖਿਆਲ ਕਰਨਾ, ਜੇ ਪਰੋਤੇ ਨਾ ਹੋਣ ਤੇ ਉਹ ਜਦੋਂ ਖਿਲਰਦੇ ਨੇ ਸੰਭਾਲੇ ਨਹੀਂ ਜਾਂਦੇ, ਪਰ ਜੇ ਉਹ ਮੋਤੀ ਪਰੋ ਲੈ ਜਾਣ ਇੱਕ ਧਾਗੇ ਦੇ ਵਿੱਚ ਤੇ ਉਹ ਮਾਲਾ ਬਣ ਜਾਂਦੇ ਨੇ, ਸ਼ਿੰਗਾਰ ਬਣ ਜਾਂਦੇ ਨੇ। ਮਨ ਦਾ ਵੀ ਇਹੀ ਸੁਭਾਅ ਹੈ। ਜੇ ਮਨ ਵੇਧਿਆ ਨਹੀਂ ਨਾ ਗਿਆ, ਮਨ ਪਰੋਤਾ ਨਹੀਂ ਨਾ ਗਿਆ ਗੁਰੂ ਦੇ ਸਿਧਾਂਤ, ਗੁਰੂ ਦੇ ਹੁਕਮ ਦੇ ਵਿੱਚ, ਇਹ ਮੋਤੀਆਂ ਵਾਂਗੂ ਹੀ ਖਿਲਰੇਗਾ, ਕਾਬੂ 'ਚ ਨਹੀਂ ਆਵੇਗਾ। ਪਰ ਜੇ ਇਹਦੇ ਵਿੱਚ ਗੁਰੂ ਦੇ ਸਿਧਾਂਤ, ਗੁਰੂ ਦੇ ਪਿਆਰ ਦੀ ਧਾਗਾ ਪਾ ਕੇ ਪਰੋਲਿਆ ਜਾਵੇ, ਸਾਹਿਬ ਜੀ ਕਹਿੰਦੇ ਨਾ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਜੇ ਇਹ ਮਨ ਗੁਰੂ ਦੇ ਪ੍ਰੇਮ ਦੇ ਵਿੱਚ ਸੀਤਾ ਜਾਵੇ, ਪਰੋਤਾ ਜਾਵੇ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ, ਤਾਂ ਕਿ ਮਹਿਮਾ ਕਹੀ ਨਾ ਜਾਏ। ਸੀਤੋ ਸੀਤਾ, ਜੇ ਇਹ ਮਨ ਸੀਤਾ ਤੇ ਪਰੋਤਾ ਜਾਵੇ, ਸਾਹਿਬ ਕਹਿੰਦੇ ਫਿਰ ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ। ਜਿਹਦੀ ਜ਼ਿੰਦਗੀ ਵਿੱਚ ਗੁਰੂ ਦਾ ਹੁਕਮ ਸੀਤਾ ਗਿਆ, ਜਿਹਦਾ ਮਨ ਗੁਰੂ ਦੇ ਸ਼ਬਦ ਵਿੱਚ ਪਰੋਤਾ ਗਿਆ, ਅਵਰ ਕੇ ਕਰੇ ਵਿਚਾਰ। ਫਿਰ ਉਸ ਦੇ ਸੰਬੰਧ ਵਿੱਚ ਹੋਰ ਕੀ ਕਹਿ ਸਕਦੇ ਹਾਂ, ਹੋਰ ਕੀ ਵਿਚਾਰ ਕਰ ਸਕਦੇ ਹਾਂ, ਜਿਹਦਾ ਮਨ ਸੱਚ ਦੇ ਰਸਤੇ ਤੇ ਤੁਰ ਪਿਆ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋਂ ਸੁਖ ਸਾਰ। ਫਿਰ ਸਾਹਿਬ ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਇਨਸਾਨ, ਜਿਸ ਮਨੁੱਖ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ, ਉਹਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ, ਜਿਹਦੇ ਜੀਵਨ ਦਾ ਆਧਾਰ ਪਰਮਾਤਮਾ ਬਣ ਗਿਆ। ਕਈ ਵਾਰੀ ਅਸੀਂ ਸੰਸਾਰ ਦੇ ਵਿੱਚ ਤੁਰਦੇ ਵਿਚਰਦੇ ਹਾਂ ਤੇ ਪੁੱਛਿਆ ਜਾਂਦਾ, ਭਾਈ ਤੇਰਾ ਨਾਮ ਕੀ ਹੈ, ਜਾਂ ਪੁੱਛਿਆ ਜਾਂਦਾ ਤੇਰੇ ਬਾਪ ਦਾ ਨਾਮ ਕੀ ਹੈ, ਅਸੀਂ ਦੱਸਦੇ ਹਾਂ। ਗੁਰਸਿੱਖ ਦੇ ਨਾਮ ਦੇ ਪਿੱਛੇ ਗੁਰੂ ਦਾ ਨਾਮ ਤੁਰਦਾ ਹੈ। ਜਦੋਂ ਅਸੀਂ ਸਿੱਖ ਅਖਵਾਉਂਦੇ ਹਾਂ, ਸਾਡੇ ਨਾਲ ਸਭ ਤੋਂ ਪਹਿਲਾਂ ਨਾਮ ਗੁਰੂ ਨਾਨਕ ਦਾ ਜੁੜਦਾ ਹੈ। ਇਹ ਗੁਰੂ ਨਾਨਕ ਦੇ ਸਿੱਖ ਨੇ। ਹੁਣ ਸਾਡੇ ਨਾਮ ਦੇ ਨਾਲ ਨਾਮਕਰਨ ਗੁਰੂ ਨਾਨਕ ਸਾਹਿਬ ਦਾ ਹੋਇਆ ਹੈ। ਸਾਨੂੰ ਗੁਰੂ ਨਾਨਕ ਸਾਹਿਬ ਦੀ ਵੰਸ਼ਜ, ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਕਹਿ ਕੇ ਦੁਨੀਆ ਸਾਨੂੰ ਮਾਣ ਸਨਮਾਨ ਦਿੰਦੀ ਹੈ। ਹੁਣ ਜੇ ਸਾਡੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਨਾ ਹੋਣ, ਹੁਣ ਜੇ ਸਾਡੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਦਰਸ਼ਨ ਨਾ ਹੋਣ, ਇਹਦਾ ਮਤਲਬ ਵੀ ਅਸੀਂ ਕੇਵਲ ਨਾਮ ਧਰੀਕ ਸਿੱਖਿਆ, ਜੀਵਨ ਵਿੱਚ ਗੁਰੂ ਨਾਨਕ ਦੀ ਸਿੱਖੀ ਕੋਈ ਨਹੀਂ। ਇਹੀ ਰਸਤਾ, ਇਹੀ ਜ਼ਿੰਦਗੀ ਚੱਲ ਰਹੀ ਹੈ ਅੱਜ। ਜਿੱਦਣ ਨਾਮ ਦੇ ਨਾਲ ਨਾਲ ਕਰਮ ਵੀ ਗੁਰੂ ਦੇ ਸਿਧਾਂਤ ਵਰਗੇ ਬਣ ਗਏ, ਕਰਨੀ ਤੇ ਕਥਨੀ ਵੀ ਗੁਰੂ ਦੇ ਹੁਕਮ ਮੁਤਾਬਕ ਬਣ ਗਈ, ਉਸ ਦਿਨ ਇਹ ਮਨ ਗੁਰੂ ਦੇ ਨਾਮ ਵਾਲਾ ਹੋ ਗਿਆ, ਇਵੇਂ ਪਰਮਾਤਮਾ ਦੇ ਨਾਮ ਵਾਲਾ ਹੋ ਗਿਆ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋਂ ਸੁਖ ਚਾਰ। ਪ੍ਰਭ ਰਾਤੋਂ ਦਾ ਅਰਥ ਹੈ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੇ ਗੁਣਾਂ ਦੇ ਵਿੱਚ ਰੰਗਿਆ ਹੋਇਆ। ਸਾਰ ਦਾ ਅਰਥ ਹੈ ਸ੍ਰੇਸ਼ਟ। ਸਾਹਿਬ ਕਹਿੰਦੇ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਸਿਧਾਂਤ ਵਿੱਚ, ਉਹਦੇ ਗੁਣਾਂ ਦੇ ਵਿੱਚ, ਉਹਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਉਹ ਸ੍ਰੇਸ਼ਟ, ਉੱਚੀ ਆਤਮਿਕ ਸੋਝੀ ਵਾਲਾ, ਆਤਮਿਕ ਖਿਆਲਾਂ ਵਾਲਾ, ਉੱਚੀਆਂ ਵਿਚਾਰਾਂ ਵਾਲਾ ਬਣ ਜਾਂਦਾ ਹੈ। ਉਸ ਦੀ ਸੁਰਤ ਸ਼ਬਦ ਦੇ ਵਿਚਾਰ ਦੇ ਵਿੱਚ ਜੁੜੀ ਰਹਿੰਦੀ ਹੈ। ਉਹ ਸਦਾ ਉਹਦੀ ਸੁਰਤ ਗੁਰੂ ਸ਼ਬਦ ਵਿੱਚ ਇਕਾਗਰ ਰਹਿੰਦੀ ਹੈ ਤੇ ਉਸ ਦੇ ਅੰਦਰ ਸਦੀਵੀ ਆਨੰਦ, ਸਦੀਵੀ ਪਿਆਰ, ਸਦੀਵੀ ਖੇੜਾ ਰਹਿੰਦਾ ਹੈ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋਂ ਸੁਖ ਚਾਰ। ਸ਼ਬਦ ਦੀ ਸੁਰਤ ਦੇ, ਸ਼ਬਦ ਦੇ ਵਿਚਾਰ ਦੇ ਵਿੱਚ ਸੁਰਤ ਜੋੜਨ ਵਾਲੇ ਗੁਰਸਿੱਖ ਦੀ ਜ਼ਿੰਦਗੀ ਦੇ ਵਿੱਚ ਸਦਾ ਵਾਸਤੇ ਪਰਮਾਤਮਾ ਦੇ ਪ੍ਰੇਮ ਹਿਰਦੇ ਵਿੱਚ ਉਜਾਗਰ ਹੋ ਜਾਂਦਾ ਹੈ ਤੇ ਉਹ ਸ੍ਰੇਸ਼ਟ ਵਿਚਾਰਾਂ ਵਾਲਾ, ਉੱਚੀ ਸੋਚ ਵਾਲਾ, ਉੱਚੇ ਗਿਆਨ ਵਾਲਾ ਬਣ ਜਾਂਦਾ ਹੈ। ਅਗਲੀ ਬੰਦ ਹੈ, ਜਿਉਂ ਭਾਵ ਹੈ ਤਿਉਂ ਰਾਖ ਤੂੰ, ਮੈਂ ਹਰ ਨਾਮ ਆਧਾਰ। ਫਿਰ ਇਹ ਜੀਵਨ ਦੇ ਵਿੱਚ ਅਰਦਾਸ ਬਣ ਜਾਂਦੀ ਹੈ, ਹੇ ਪ੍ਰਮਾਤਮਾ ਜੀ, ਜਿਵੇਂ ਤੇਰੀ ਰਜ਼ਾ ਹੋਵੇ, ਜਿਵੇਂ ਤੇਰਾ ਹੁਕਮ ਹੋਵੇ, ਤੂੰ ਸਦਾ ਵਾਸਤੇ ਮੈਨੂੰ ਆਪਣੇ ਨਾਲ ਜੋੜ ਕੇ ਰੱਖ।
ਸਦਾ ਵਾਸਤੇ ਤੂੰ ਮੈਨੂੰ ਆਪਣੇ ਨਾਲ ਮਿਲਾ ਕੇ ਰੱਖ, ਕਿਉਂਕਿ ਤੇਰਾ ਨਾਮ, ਤੇਰਾ ਹੁਕਮ ਹੀ ਮੇਰੇ ਜੀਵਨ ਦਾ ਆਸਰਾ ਹੈ। ਤੂੰ ਹੀ ਮੇਰੇ ਜੀਵਨ ਦਾ ਸਹਾਰਾ ਹੈ, ਕਿਉਂਕਿ ਤੇਰੇ ਬਿਨਾ ਮੈਂ ਹੋਰ ਕਿਤੇ ਨਹੀਂ ਜਾਣਾ। ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸ। ਮਨ ਰੇ ਸਾਚੀ ਖਸਮ ਰਜ਼ਾਏ। ਫਿਰ ਇਸ ਕਰਕੇ ਹੇ ਮੇਰੇ ਮਨ, ਸਦਾ ਵਾਸਤੇ ਖਸਮ ਪ੍ਰਮਾਤਮਾ ਵਾਹਿਗੁਰੂ ਰੂਪੀ ਪਤੀ ਦੀ ਰਜ਼ਾ ਵਿੱਚ ਤੁਰਨਾ ਹੀ ਜੀਵਨ ਦੀ ਸਹੀ ਖੇਡ ਹੈ, ਸਹੀ ਚਾਲ ਹੈ। ਜਿਨ ਤਨ ਮਨ ਸਾਜ ਸ਼ਿੰਗਾਰਿਆ, ਤੇ ਸੇਤੀ ਲਿਵ ਲਾਏ ਰਹਾਓ। ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਦੇ ਕੇ ਪੈਦਾ ਕੀਤਾ, ਉਹਨੂੰ ਸ਼ਿੰਗਾਰਿਆ, ਉਹਨੂੰ ਸਵਾਰਿਆ, ਜਿਸ ਨੇ ਤੈਨੂੰ ਸੋਹਣਾ ਮਨ ਦਿੱਤਾ, ਫਿਰ ਸਦਾ ਵਾਸਤੇ ਐਸੇ ਪਰਮਾਤਮਾ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖ, ਆਪਣਾ ਪਿਆਰ ਬਣਾ ਕੇ ਰੱਖ, ਆਪਣੀ ਪ੍ਰੀਤ ਬਣਾ ਕੇ ਰੱਖ, ਕਿਉਂਕਿ ਇਹੀ ਜੀਵਨ ਦਾ ਆਧਾਰ ਹੈ। ਰਹਾਓ। ਅਗਲਾ ਬੰਦ ਹੈ, ਦੂਸਰਾ ਬੰਦ। ਤਨ ਬੈ ਸੰਤਰ ਹੋਮੀਐ, ਇਕ ਰਤੀ ਧੋਲ ਕਟਾਏ। ਤਨ ਬੈਸੰਤਰ। ਬੈਸੰਤਰ ਦਾ ਅਰਥ ਹੁੰਦਾ ਅੱਗ। ਹੋਮੀਏ ਦਾ ਅਰਥ ਆ ਜਿਵੇਂ ਘਿਓ ਨੂੰ ਅੱਗ ਦੇ ਵਿੱਚ ਪਾਈਦਾ ਨਾ, ਹਵਨ ਕਰਦੇ ਹੋਇਆ, ਇਵੇਂ ਆਪਣੇ ਤਨ ਨੂੰ ਅੱਗ ਦੀ ਭੇਟ ਕਰ ਦੇਣਾ। ਇੱਕ ਰੱਤੀ, ਰੱਤੀ ਦਾ ਅਰਥ ਆ ਕਿਣਕਾ। ਇੱਕ ਰੱਤੀ ਮਾਤਰ ਕਟਾ ਲਿਆ ਜਾਵੇ। ਸ਼ਬਦ ਜੀ ਦੀ ਪੂਰੀ ਪੰਕਤੀ ਦੇ ਅਰਥ ਨੇ, ਜੇ ਮਨੁੱਖ ਤੂੰ ਆਪਣੇ ਸਰੀਰ ਨੂੰ ਕੱਟ ਕੱਟ ਕੇ ਇੱਕ ਇੱਕ ਰੱਤੀ ਕਰ ਕਰਕੇ ਵੀ ਤੋਲ ਤੋਲ ਕੇ ਇੱਕ ਇੱਕ ਰੱਤੀ ਦੇ ਭਾਰ ਦੇ ਮੁਤਾਬਕ ਅੱਗ ਦੇ ਵਿੱਚ ਤੂੰ ਆਪਣੇ ਆਪ ਦਾ ਹਵਨ ਕਰ ਦਵੇਂ, ਆਪਣੇ ਆਪ ਨੂੰ ਸਮਰਪਣ ਕਰ ਦਵੇਂ, ਤਨ ਮਨ ਸਮਦਾ ਜੇ ਕਰੀ ਅੰਦਿਨ ਅਗਨ ਜਲਾਏ। ਸਭ ਕਹਿੰਦੇ ਜੇ ਮੈਂ ਆਪਣੇ ਸਰੀਰ ਤੇ ਮਨ ਨੂੰ, ਤਨ ਮਨ ਸਮਦਾ ਜੇ ਕਰੀ, ਸਮਦਾ ਦਾ ਅਰਥ ਆ ਹਵਨ ਵਿੱਚ ਵਰਤੀ ਜਾਣ ਵਾਲੀ ਲੱਕੜੀ। ਸਭ ਕਹਿੰਦੇ ਜੇ ਮੈਂ ਆਪਣੇ ਸਰੀਰ ਤੇ ਆਪਣੇ ਮਨ ਨੂੰ ਹਵਨ ਦੀ ਸਮੱਗਰੀ ਬਣਾ ਦਿਆਂ, ਅੰਦਿਨ ਅਗਨ ਜਲਾਏ, ਤੇ ਰੋਜ਼ਾਨਾ ਇਹਨੂੰ ਅੱਗ ਦੇ ਵਿੱਚ ਸਾੜਾਂ। ਹਰ ਨਾਮੈ ਤੁਲ ਨਾ ਪੂਜਈ, ਜੇ ਲੱਖ ਕੋਟੀ ਕਰਮ ਕਮਾਏ। ਪਰ ਜੇ ਇਹੋ ਜੇ ਹੋਰ ਲੱਖਾਂ ਕਰੋੜਾਂ ਕਰਮ ਕਾਂਡ ਵੀ ਕੀਤੇ ਜਾਣ, ਤਾਂ ਵੀ ਪ੍ਰਮਾਤਮਾ ਜੀ ਕੋਈ ਵੀ ਕਰਮ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਤੁਹਾਡੀ ਰਜ਼ਾ ਦੇ ਬਰਾਬਰ ਨਹੀਂ ਹੋ ਸਕਦਾ, ਤੁਹਾਡੇ ਹੁਕਮ ਦੇ ਬਰਾਬਰ ਨਹੀਂ ਹੋ ਸਕਦਾ। ਆਰਦ ਸਰੀਰ ਕਟਾਈਐ, ਸਿਰ ਕਰਵਤ ਧਰਾਏ। ਕਹਿੰਦੇ ਜੇ ਮੈਂ ਆਪਣੇ ਸਰੀਰ ਉੱਤੇ ਆਰਾ ਰੱਖ ਕੇ ਸਰੀਰ ਨੂੰ ਦੋ ਹਿੱਸਿਆਂ ਦੇ ਵਿੱਚ ਚੀਰ ਦੇਵਾਂ, ਅਰਧ ਸਰੀਰ ਕਟਾਈਐ, ਸਿਰ ਕਰਵਤ ਧਰਾਏ। ਕਰਵਤ ਦਾ ਅਰਥ ਆਰਾ। ਜੇ ਮੈਂ ਆਰੇ ਦੇ ਉੱਪਰ ਆਪਣੇ ਸਰੀਰ ਨੂੰ ਰੱਖ ਕੇ ਦੋ ਹਿੱਸਿਆਂ ਦੇ ਵਿੱਚ ਕਟਾ ਦੇਵਾਂ, ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨ ਜਾਏ। ਹਿਮਾਚਲ ਦਾ ਅਰਥ ਹੈ ਹਿਮਾਲਿਆ ਦੇ ਬਰਫ਼ ਦੇ ਵਿੱਚ। ਜੇ ਮੈਂ ਸਰੀਰ ਨੂੰ ਹਿਮਾਲਾ ਪਰਬਤ ਦੀ ਬਰਫ਼ ਦੇ ਵਿੱਚ ਗਾਲ ਵੀ ਦੇਵਾਂ, ਉਹਨਾਂ ਗੁਫਾਵਾਂ ਦੇ ਵਿੱਚ ਜਾ ਕੇ ਤਪ ਕਰਾਂ, ਤਾਂ ਵੀ ਮੇਰੇ ਪਾਤਸ਼ਾਹ ਜੀ ਮਨ ਦੇ ਵਿੱਚੋਂ ਜਿਹੜੀ ਹਉਮੈ ਆ ਨਾ, ਜਿਹੜੀ ਮੈਂ ਮੇਰੀ ਦਾ ਰੋਗ ਆ ਨਾ, ਇਹ ਦੂਰ ਨਹੀਂ ਹੋ ਸਕਦਾ। ਹਰ ਨਾਮੈ ਤੁਲ ਨਾ ਪੂਜਈ, ਸਭ ਡਿੱਠੀ ਠੋਕ ਵਜਾਏ। ਸਭ ਕਹਿੰਦੇ ਕਰਮ ਕਾਂਡ ਦੀ ਸਾਰੀ ਮਰਿਆਦਾ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ। ਹੇ ਪ੍ਰਮਾਤਮਾ ਜੀ, ਕੋਈ ਵੀ ਕਰਮ ਕਾਂਡ ਪ੍ਰਮਾਤਮਾ ਦੇ ਹੁਕਮ ਦੇ ਬਰਾਬਰ ਨਹੀਂ ਹੋ ਸਕਦਾ, ਉਹਦੀ ਰਜ਼ਾ ਦੇ ਬਰਾਬਰ ਨਹੀਂ ਹੋ ਸਕਦਾ, ਉਹਦੇ ਨਾਮ ਦੇ ਬਰਾਬਰ ਨਹੀਂ ਹੋ ਸਕਦਾ, ਉਹਦੀ ਭਗਤੀ ਦੇ ਬਰਾਬਰ ਨਹੀਂ ਹੋ ਸਕਦਾ। ਉਹਦੇ ਹੁਕਮ ਦੇ ਵਿੱਚ ਚੱਲਣਾ ਹੀ ਸਭ ਤੋਂ ਵੱਡਾ ਸੁੱਖ ਹੈ। ਅਗਲਾ ਬੰਦ ਹੈ, ਕੰਚਨ ਕੇ ਕੋਟ ਦਤ ਘਰੀ, ਬਹੁ ਹੈਵਰ ਗੈਵਰ ਦਾਨ। ਕੰਚਨ ਦਾ ਅਰਥ ਹੈ ਸੋਨਾ, ਕੋਟ ਦਾ ਅਰਥ ਹੈ ਕਿਲੇ, ਦਤ ਦਾ ਅਰਥ ਹੈ ਮੈਂ ਦਾਨ ਕਰਾਂ।
हैवर का अर्थ आ वधिया घोड़े, गैवर का अर्थ आ वधिया हाथी। साहब कहते जे मैं इतना वड्डा दानी बन जावां, सोने दे किले दान करां, वधिया घोड़े ते वधिया हाथी दान करां, भूम दान गऊआं कणी, भी अंतर गर्भ गुमान। भूम का अर्थ है जमीन, गऊआं का अर्थ आ गावां, घणी कहते जमीन दान करां, घणी का अर्थ आ बहुतियां, अते बहुत सारियां गाइयां भी दान करां। फिर भी सगों इस दान का ही मेरे मन विच बहुता अहंकार बन जाना है, इस दान ने मेरे मन नूं मैला कर देना है, तो मैं हे परमात्मा जी तेरे तो दूर हो जाना है। क्योंकि ये दान सिवाए हंकार तो होर कुछ भी उपज नहीं सकता। राम नाम मन बेदिया, गुर दिया सच दान। जिस मनुख नूं सतगुर ने सदा थिर परमात्मा वाहिगुरु दे हुक्म दे विच जोड़ दिता, जिहदा नाम परमात्मा दे नाम नाल जुड़ गया, जिहदे जीवन का आधार परमात्मा बन गया, सच जाणियो फिर परमात्मा की बख्शिश दे नाल उस दा मन सदा वास्ते परमात्मा के गुणां दे विच परोया रहिंदा है। यही सच्ची कार है, यही सच्चा जीवन है गुरसिख दा। मन हठ बुद्धि केतियां, केते भेद विचार। अगे पंजवां बन मन हठ का अर्थ आ हठ करके मन दे नाल कीते हुए काम। सब कहते अनेकां ही लोकां दी अकल तप साधने आदिक कर्मां दे वल प्रेरी रहिंदी है, जो मन दे हठ नाल कई तरीके दे कर्म कांड करते हैं, तप साधते हैं। अनेकां ही केतियां मन हठ बुद्धि केतियां, केते वेद विचार, ते बेअंत धार्मिक पुस्तकां दे अर्थ विचार भी करते हैं, ते बाद विच इन्हां तो ज्ञान लैके वाद विवाद भी करते हैं। केते बंधन जीअ के गुरमुख मोख द्वार। सब कहते इहो जे होर भी अनेकां कर्म कांड करते हैं, जो ज्ञान जिहड़ा लैना सी परमात्मा नाल जुड़न वास्ते, पर वो ज्ञान इन्हां दे जीवन का बंधन बन जाता है। वो ज्ञान अहंकार नूं पैदा करता है, वो ज्ञान हौमे नूं पैदा करता है। सगों ऐसा ज्ञान ऐसे मनुख के जीवन की फाही बन जाता है, क्योंकि हौमे आदिक बंधना तो कोई भी ज्ञान वो खलासी दे सकता है जिथे मनुख निमरता ते प्रेम दे विच परमात्मा नूं समर्पण हो जाए। ते जिहड़ा ज्ञान सगों अहंकार पैदा कर दवे, वो सगों ज्ञान अज्ञानता की निशानी बन जाता है। उस वक्त सच जाणियो जे कोई मुक्त होंदा है, जे कोई परमात्मा की समझ लै पाउंदा है, वो गुरमुख है जो गुरु दे कोलों गुरु की मत का ज्ञान लैके गुरु शब्द ते चल के अपने अंदर दे अवगुणा की पहचान करदा होया अपने विचों विकारां नूं कढदा है ते सच नूं समाउंदा है। ऐसा मनुख ही सच्चे ज्ञान का धारनी हुंदा है ते वो जीवन मुक्त वाली निशानी ते पदवी ते पहुंचदा है। साचा और है सब को ऊपर सच आचार। सब कहते भावें तू कितना वड्डा कथाकार होवे, कितना ज्ञान दियां बातां करें, किन्ने धार्मिक ग्रंथां दा पठन करें, पर यह सब कुछ जो उपर आ उच्चा किरदार, उच्चा जीवन, उच्चा सचियार। सब तो वड्डी गल है जे कोई परमात्मा दे घर च प्रवान है, वो है किरदार, वो है उच्चा सुच्चा जीवन। आचार दा अर्थ आ किरदार का बनाना, करैक्टर बनाना। साचा और है सब को ऊपर सच आचार। सारिया विचारां तो उपर जे कोई उच्ची चीज है, वो है मनुख दा सच्चा ते सुच्चा उच्चा किरदार। अगली पंक्ति है, सब को ऊंचा आखिए नीच न दीसै कोए। सब कहते हरेक कर्म अकाल पुरख परमात्मा दे नाम तो वाहिगुरु दे हुक्म तो
ही उच्चे हन। सब को उच्चा आखीए। जे कोई सब तो कोई उच्चा है, सब तो कोई उच्ची बात है, तो ਉਹਦਾ नाम है, ਉਹਦਾ हुक्म है, ਉਹਦੀ रज़ा है, ਉਹਦੇ गुण ने। जो ਉਹਦੇ गुणां ਦੇ ਵਿੱਚ ਚੱਲਦਾ है ਉਹ ਉੱਚੇ परमात्मा ਦੇ ਨਾਲ ਆਪਣੀ ਸਾਂਝ ਪਾ ਲੈਂਦਾ, ਨੀਚ ਨਾ ਦਿਸੈ ਕੋਈ। ਤੇ ਜਦੋਂ परमात्मा ਦੇ ਨਾਲ ਸਾਂਝ ਪੈ ਜਾਂਦੀ ਹੈ ਫਿਰ ਕੋਈ ਵੀ ਨੀਚ ਕੋਈ ਨੀਵਾਂ ਨਜ਼ਰ ਨਹੀਂ ਆਉਂਦਾ। ਸਭ ਬਰਾਬਰ ਨਜ਼ਰ ਆਉਂਦੇ ਨੇ, ਸਭ ਉਹਦੇ ਹੁਕਮ ਦੇ ਵਿੱਚ ਬੱਝੇ ਨਜ਼ਰ ਆਉਂਦੇ ਨੇ, ਸਭ ਉਹਦੇ ਵਿੱਚ ਪਿਆਰ ਵਿੱਚ ਬੱਝੇ ਨਜ਼ਰ ਆਉਂਦੇ ਨੇ। ਤਾਂ ਹੀ ਤੇ ਸਤਿਗੁਰੂ ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇੱਕ ਨੈ ਭਾਂਡਾ ਸਾਜੀਐ, ਇੱਕ ਚਾਨਣ ਤੈ ਲੋਏ। ਇੱਕ ਨੇ ਦਾ ਅਰਥ ਹੈ ਇੱਕ ਪ੍ਰਮਾਤਮਾ ਦੇ ਰਾਹੀਂ ਭਾਂਡੇ ਸਾਜੀਐ, ਭਾਂਡੇ ਸਾਜੇ ਜਾਣ ਕਰਕੇ ਤੈ ਲੋਏ, ਤਿੰਨਾਂ ਹੀ ਭਵਨਾਂ ਦੇ ਵਿੱਚ। ਸਾਹਿਬ ਕਹਿੰਦੇ ਕਿਉਂਕਿ ਤੂੰ ਜਿਨ੍ਹਾਂ ਨੂੰ ਊਂਚ ਨੀਚ ਦੇ ਕਟਹਿਰੇ ਵਿੱਚ ਲੈ ਕੇ ਖੜਾ ਕਰਦਾ ਹੈ, ਜਿਹੜੀਆਂ ਵੰਡਾਂ ਤੂੰ ਪਾ ਕੇ ਬੈਠਾ ਹੈ, ਨੀਚੀ ਜਾਤ ਦਾ ਹੈ, ਇਹ ਉੱਚੀ ਜਾਤ ਦਾ ਹੈ, ਇਹ ਨੀਵਾਂ ਹੈ, ਇਹ ਉੱਚਾ ਹੈ। ਸਾਹਿਬ ਕਹਿੰਦੇ ਕਿਉਂ ਨਹੀਂ ਸਮਝਦਾ? ਉਸ ਕਰਤਾਰ परमात्मा ने ही ये सारे जीव बनाए हैं, ये सारे भांडे उसे ही परमात्मा ने साजे हैं। ते सारियां दे विच चानण जिहड़ा है ना वो परमात्मा दी जोत दा है। सारे संसार दे विच ही वो निरंकार परमात्मा वसदा है। फिर उच्चा की ते नीवा की, सारे बराबर ने, सारे उहदे हुक्म दे विच बज्झे ने। कर्म मिलै सच पाईऐ, तुर बख्श ना मिटै कोए। सब कहते चेता रखी, ਜਿਹੋ जी तुसी काम करदे हो ना ਉਹਦੇ ਨਾਲ ही सच की प्राप्ति ਹੁੰਦੀ है। जे कर्म चंगे ने फिर परमात्मा की बख्शिश के पात्र हो। ਜਦੋਂ ਚੰਗੇ ਕੰਮ ਕਰਾਂਗੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਨੂੰ ਵਿਹਾਜਾਂਗੇ, ਸੱਚ ਪਾਈਏ, ਉਦੋਂ ਸੱਚਾ परमात्मा फिर जीवन ਵਿੱਚ ਮਿਲੇਗਾ। तुर बख्श ना मिटै कोई। फिर जिहड़ी ये बख्शिश आ ना, ये जिहड़ी दात आ, दुनिया की कोई ताकत नहीं मिटा सकती। जिहड़ी परमात्मा तो बख्शिश मिली है, जो परमात्मा तो रहमतां मिलियां ने, वो फिर कोई भी दुनिया की ताकत नहीं तेरे को खो सकती। जदों तू गुरु के हुक्म के अनुसार परमात्मा की रज़ा ते भाणे विच चलेगा, तेरे अंदर सच सुच्ची परमात्मा के हुक्म की दात, उहदे गुणां की दात वस जाएगी। फिर तू उच्चे जीवन वाला बन जाएगा, उच्चे किरदार वाला बन जाएगा। साध मिले साधु जनै, संतोख वसै गुरु पाए। फिर जिहड़ा मनुख सतगुरु रूपी साधु दे नाल अपनी जीवन जोड़दा है। मैं अक्सर बेनती करदा, साडे वास्ते साडा साधु धन गुरु ग्रंथ साहिब है। जिहड़ा गुरमुख मनुख गुरमुखां दी संगत विच मिल बैठदा है, गुरु दे दसे राह ते चलदा है ते गुरु दे आशे दे अनुसार अपने जीवन नूं तोरदा है, उसका मन किवें हुंदा है? संतोख वसै गुरु पाए। उहदे हिरदे विच संतोख आ वसदा है, वो सबर ते साबरी दा धनी बन जांदा है। अकथ कथा विचारी है, जे सतगुरु माए समाए। क्योंकि जे मनुख सतगुरु के उपदेश के विच लीन हो जावे ते बेअंत गुणां दे मालक करतार परमात्मा की सिफत सलाह दे विच जुड़ सकदा है, अपने जीवन नूं निर्मल कर सकदा है। अकथ कथा वो कथा जो कथा अकथ है, बयान नहीं की जा सकती, समझाई नहीं जा सकती। जो इसकी विचार करता है वो सतगुरु दे विच समा जाता है ते सतगुरु की कृपा दे नाल वो परमात्मा दे विच लीन हो जाता है। ਉਹਦੇ ਵਿੱਚ परमात्मा के गुण आ वसदे हैं। पी अमृत संतोखिया दरगाह पैंदा जाए। फिर वो दिन रात परमात्मा जी का हुक्म रूपी गुणा रूपी अमृत नूं, सलाह रूपी अमृत नूं गुरु शब्द दे विचों पींदा है ते ਉਹਦੇ जीवन विच संतोख रूपी गुण आ घर करते हैं ਅਤੇ ਉਹ जगत ਦੇ ਵਿੱਚ आदर वाला, सन्मान वाला, सत्कार वाला बन जाता है। क्योंकि वह सदा वास्ते परमात्मा की हाज़री विच रहिंदा है, परमात्मा की रज़ा दे विच रहिंदा है। आखिरी बंद पावन शब्द दा, घट घट वाजै किंगुरी,
ਅੰਦਿਨ ਸ਼ਬਦ ਸੁਭਾਏ। ਘਟ ਘਟ ਦਾ ਅਰਥ ਆ ਹਰੇਕ ਹਿਰਦੇ ਰੂਪੀ ਘਰ ਦੇ ਵਿੱਚ। ਵਾਜੈ ਦਾ ਅਰਥ ਆ ਵੱਜਦੀ ਹੈ। ਕਿੰਗਰੀ ਦਾ ਅਰਥ ਆ ਵੀਣਾ, ਬੀਣ। ਭਾਵ ਸਵਾਸਾਂ ਰੂਪੀ ਰੋ, ਜੀਵਨ ਰੂਪੀ ਰੋ, ਜੀਵਨ ਰੂਪੀ ਬੀਣ। ਸੁਭਾਏ ਦਾ ਅਰਥ ਆ ਸੁਭਾਅ ਦੇ ਵਿੱਚ ਜੁੜਿਆ। ਸਾਹਿਬ ਕਹਿੰਦੇ ਗੁਰੂ ਜੀ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਮਿੱਠੇ ਸੁਭਾਅ ਦੇ ਵਿੱਚ ਹਰ ਵਕਤ ਗੁਰੂ ਦਾ ਸਿੱਖ ਇਕਮਿਕ ਹੋਇਆ ਰਹਿੰਦਾ ਹੈ। ਫਿਰ ਉਹਦੇ ਜੀਵਨ ਦੇ ਵਿੱਚ ਇਹ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਦੀ ਹੀ ਬੀਨ, ਪਰਮਾਤਮਾ ਦੀ ਹੀ ਸਵਾਸਾਂ ਦੀ ਰੋ ਹਰੇਕ ਸਰੀਰ ਵਿੱਚ ਵੱਜ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ, ਸਭ ਮੈਂ ਚਾਨਣ ਹੋਏ। ਵਿਰਲੇ ਕੋ ਸੋ ਜੀ ਪਈ, ਗੁਰਮੁਖ ਮਨ ਸਮਝਾਏ। ਪਰ ਸਾਹਿਬ ਕਹਿੰਦੇ ਇਹ ਜਿਹੜੀ ਸਮਝ ਆ ਨਾ, ਕਿਸੇ ਵਿਰਲੇ ਨੂੰ ਹੀ ਪੈਂਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਆਪਣੇ ਆਪ ਨੂੰ ਗੁਰੂ ਦੇ ਹੁਕਮ ਦੇ ਵਿੱਚ ਲੀਨ ਕਰ ਲੈਂਦਾ ਹੈ, ਉਹਦਾ ਮਨ ਇਸ ਸੱਚ ਨੂੰ ਸਮਝ ਜਾਂਦਾ ਹੈ। ਨਾਨਕ ਨਾਮ ਨਾ ਵਿਸਰੈ, ਛੂਟੈ ਸ਼ਬਦ ਕਮਾਏ। ਹੇ ਨਾਨਕ, ਉਸ ਨੂੰ ਪਰਮਾਤਮਾ ਦਾ ਫਿਰ ਨਾਮ ਕਦੀ ਵੀ ਨਹੀਂ ਭੁੱਲਦਾ। ਉਹ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਦਾ ਹੈ ਤੇ ਗੁਰੂ ਦੇ ਸ਼ਬਦ ਮੁਤਾਬਕ ਜੀਵਨ ਨੂੰ ਢਾਲਦਾ ਹੋਇਆ ਆਪਣੇ ਜੀਵਨ ਵਿੱਚੋਂ ਹਉਮੈ ਆਦਿਕ ਵਿਕਾਰਾਂ ਨੂੰ ਖਤਮ ਕਰਕੇ ਨਿਰੰਕਾਰ ਨਾਲ ਇਕਮਿਕ ਹੋ ਜਾਂਦਾ ਹੈ। ਸੋ ਅੱਜ ਦਾ ਇਹ ਪਾਵਨ ਸ਼ਬਦ 14 ਨੰਬਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵਿਚਾਰਿਆ ਗਿਆ ਹੈ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਗੁਰੂ ਰੂਪ ਸੰਗਤ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।